देखते आ ਤਾਂ ਉਹਦੇ ਵਿੱਚ ਕੀ ਲਿਖਿਆ ਹੋਇਆ ਵਾ। ਕਹਿੰਦਾ ਧੰਨ ਆ ਉਹ ਜਿਹੜੇ ਇਸ ਵਚਨ ਨੂੰ ਪੜ੍ਹਦੇ ਆ, ਫਿਰ ਉਸ ਤੋਂ ਬਾਅਦ ਸੁਣਦੇ ਆ ਅਤੇ ਫਿਰ ਇਸ ਨੂੰ ਮੰਨਦੇ ਆ। ਇਸ ਹੀ ਪੁਸਤਕ ਦੇ ਵਿੱਚ ਲਿਖਿਆ ਹੋਇਆ ਵਾ, ਪ੍ਰਕਾਸ਼ ਦੀ ਪੁਸਤਕ ਦੇ ਵਿੱਚ, ਹੋਰ ਕਿਸੇ ਪੁਸਤਕ 'ਚ ਨਹੀਂ ਲਿਖਿਆ। ਕਿਉਂ? ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਬਾਰੇ ਸਾਨੂੰ ਦੱਸਦੀ ਆ ਕਿ ਆਉਣ ਵਾਲਾ ਸਮਾਂ ਭਿਆਨਕ ਆ। ਯਿਸੂ ਮਸੀਹ ਆ ਰਿਹਾ ਸਾਨੂੰ ਲੈਣ ਲਈ, ਔਰ ਉਹਦੇ ਵਿੱਚ ਕੀ ਕੀ ਗੱਲਾਂ ਹੋਣੀਆਂ ਆ, ਕੀ ਕੀ ਘਟਨਾਵਾਂ ਹੋਣੀਆਂ ਜਿਨ੍ਹਾਂ ਤੋਂ ਅਸੀਂ ਬਚ ਸਕਦੇ ਆ। ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ। ਸਦਾ ਦਾ ਜੀਵਨ, ਅਨੰਤ ਦਾ ਜੀਵਨ ਜਿਹੜਾ ਆ, ਔਰ ਪ੍ਰਕਾਸ਼ ਦੀ ਪੋਥੀ ਦੇ ਵਿੱਚ ਅਸੀਂ ਕੀ ਆ ਪੜ੍ਹ ਸਕਦੇ ਆ। ਔਰ ਇਹਦੇ ਵਿੱਚ ਬਹੁਤ ਗਹਿਰੇ ਗਹਿਰੇ ਭੇਦ ਆ, ਇਹਦੇ ਵਿੱਚ ਬਹੁਤ ਗਹਿਰੇ ਗਹਿਰੇ ਭੇਦ ਆ। ਜਿਸ ਤਰ੍ਹਾਂ ਮੈਂ ਪਿਛਲੇ ਸੰਡੇ ਵੀ ਦੱਸਿਆ ਕਿ ਬਾਕੀ ਸਾਰੀਆਂ ਚੀਜ਼ਾਂ ਅਸੀਂ ਜਦੋਂ ਪੜ੍ਹਦੇ ਆ, ਜੇ ਬੈਕ ਚੱਲ ਜਾਈਏ ਤਾਂ ਸਾਨੂੰ ਸਮਝ ਆਉਂਦੀਆਂ, ਪਰ ਜਦੋਂ ਪ੍ਰਕਾਸ਼ ਦੀ ਪੋਥੀ ਪੜ੍ਹੀ ਦੀ, ਉਹਨੂੰ ਸਮਝਣ ਦੇ ਲਈ ਬਹੁਤ ਜ਼ਿਆਦਾ ਪ੍ਰਕਾਸ਼ਨ ਦੀ ਲੋੜ ਆ, ਸਾਨੂੰ ਪ੍ਰਾਰਥਨਾ ਦੀ ਲੋੜ ਆ। ਕਿਉਂਕਿ ਸ਼ੈਤਾਨ ਨਹੀਂ ਚਾਹੁੰਦਾ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗੇ, ਔਰ ਜੇ ਸਾਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗ ਗਿਆ ਤਾਂ ਅਸੀਂ ਤਿਆਰੀ ਵੀ ਕਰ ਲਵਾਂਗੇ। ਔਰ ਸ਼ੈਤਾਨ ਨਹੀਂ ਚਾਹੁੰਦਾ ਜਦੋਂ ਯਿਸੂ ਮਸੀਹ ਆਵੇ ਤਾਂ ਅਸੀਂ ਤਿਆਰ ਹੋਈਏ, ਪਰ ਅਸੀਂ ਤਿਆਰ ਹੋਣਾ ਹੈ। ਔਰ ਅਸੀਂ ਪਿਛਲੇ ਸੰਡੇ ਸਿੱਖਿਆ ਸੀ 7 ਮੋਹਰਾਂ ਦੇ ਬਾਰੇ, ਔਰ ਅੱਜ ਅਸੀਂ ਕੀ ਸਿੱਖਾਂਗੇ? 7 ਤੂਰੀਆਂ ਦੇ ਬਾਰੇ, ਟਰੰਪਟ, 7 ਤੁਰਹੀਆਂ ਦੇ ਬਾਰੇ ਅਸੀਂ ਸਿੱਖਾਂਗੇ। ਅਸੀਂ ਦੇਖਾਂਗੇ प्रकाश की पोथी और 8 अध्याय, प्रकाशित वाक्य और 8 अध्याय, ਉਹਦੇ ਵਿੱਚ ਅਸੀਂ ਕੀ ਦੇਖਦੇ ਆ? नहीं, 8 अध्याय ਦੇ ਵਿੱਚ ਅਸੀਂ अगर 6 आयत ਵਿੱਚ देखिए ਤਾਂ 7 स्वर्गदूत ਸੀ, और ਉਹਨਾਂ ਦੇ ਕੋਲ ਸਾਰਿਆਂ ਕੋਲ 7 स्वर्गदूतां ਦੇ ਕੋਲ ਕੀ ਸੀ? 7 ਤੂਰੀਆਂ ਸੀਗੀਆਂ। और परमेश्वर ने इन्होंने तुरैया फूकण दे लई तैयार किया होया सी। और 7 आयत विच असीं देखते हैं कि जो पहले स्वर्गदूत ने तूरी फूकी ना, तां लहू दे मिले हुए औले अते उन्हां दे नाल आग उत्पन्न होई अते धरती उत्ते ओह सिटी गई, और पृथ्वी दी 1/3 भाग की आ की हो गया? वो सड़ गया। पेड़ पौधे सड़ गए, सारी हरी घाह जिहड़ी सी जल गई 1/3। और परमेश्वर अयूब नूं भी कहंदे आ। अयूब दी असीं अगर किताब दे विच देखिए, ओहदा 38 चैप्टर ओहदी 22 ते 23 आयत दे विच असीं जे देखिए तां ओहदे विच भी परमेश्वर ने आउण वाले महासंकट दे बारे अयूब दे नाल गल कीती आ। परमेश्वर ने उत्थे कहा आ, परमेश्वर ने औले दा जिहड़ा महासंकट आ परमेश्वर ने पहला ही तैयार किया होया वा। अयूब दी पुस्तक असीं 38 अध्याय दी 22 और 23 आयत विच देखिए तां परमेश्वर ने अयूब दे नाल गल कीती। परमेश्वर अयूब नूं कहंदा, फिर तू कभी हिम के भंडार में बैठा या कभी औलों के भंडार को तूने देखा है, जिसको मैंने संकट के समय और युद्ध और लड़ाई के दिन के लिए रख छोड़ा है। परमेश्वर ने उन्हें हजे रख छड्डिया आ, पर एक दिन इह तां आवेगा जो 7वीं तूरी दे विचों पहली तूरी फूकी जाएगी स्वर्गदूत के द्वारा, तां की होवेगा? औले निकलणगे। और इन्हां औलियां दा जिहड़ा वेट है वो होवेगा 45 किलोग्राम। एक औले दा वेट 45 किलोग्राम होवेगा जदों धरती ते सिੱਟੇ जाणगे। रेवलेशन प्रकाशित वाक्या ਉਹਦੀ 16 ਦੀ अगर ਆਪਾਂ 21 अध्याय ਦੇ ਵਿੱਚ ਲਿਖੀਏ ਤਾਂ ਇਹਦੇ ਬਾਰੇ ਦੱਸਿਆ ਗਿਆ ਆ। ਔਲਿਆਂ ਦੇ ਬਾਰੇ ਅਸੀਂ ਪੜ੍ਹ ਸਕਦੇ ਆ ਕਿ ਉਹਨਾਂ ਦਾ weight ਕਿੰਨਾ ਆ। ਅਸੀਂ ਦੇਖ ਸਕਦੇ ਆ 16 अध्याय ਉਹਦੀ 21 आयत ਦੇ ਵਿੱਚ ਉੱਥੇ ਲਿਖਿਆ ਹੋਇਆ ਵਾ, आकाश से मनुष्यों पर मन मन भर के बड़े औले गिरे। मन मन भर दे मतलब के 45 किलोग्राम का एक औला होवेगा जिहड़ा धरती दे उत्ते डिग्गिया जावेगा। और असीं देखदे आ कि जिहड़ा ये औले दे औला जिहड़ा डिगने आ, औले अग दे कोले जिहड़े डिगने आ, ये विपत्ति पहला भी आई सी। कोई दस सकदा कदों आई सी? ये विपत्ति पहला भी आई सी।
ਕਦੋਂ ਆਈ ਸੀ? ਜਦੋਂ ਮਿਸਰ ਤੋਂ ਲਿਆਣਾ ਸੀ ਮੂਸਾ ਨੇ। ਹਾਂ, 10ਵੀਂ ਵਿਪਤੀ ਦੇ ਵਿੱਚੋਂ ਇੱਕ ਵਿਪਤੀ ਸੀ ਇਹ, ਔਲਿਆ ਦੀ ਵਿਪਤੀ। ਆਕਾਸ਼ ਦੇ ਤੋਂ ਜਦੋਂ ਔਲੇ ਸਿੱਟੇ ਗਏ ਔਰ ਉਹਦੇ ਨਾਲ ਅੱਗ ਵੀ ਸੀਗੀ, ਤਾਂ ਇਜ਼ਰਾਈਲੀਆਂ ਨੂੰ ਛੱਡ ਕੇ ਜਿਹੜੇ ਦੂਸਰੇ ਮਿਸਰ ਦੇ ਲੋਕ ਸੀ ਉਹਨਾਂ ਦੇ ਉੱਤੇ ਜਦੋਂ ਇਹ ਅੱਗ ਗਈ ਉਹਨੇ ਸਾਰਾ ਕੁਝ ਭਸਮ ਕਰ ਦਿੱਤਾ ਸੀ। ਬਟ ਜਿੱਥੇ ਇਜ਼ਰਾਈਲੀ ਰਹਿੰਦੇ ਸੀ ਗੁਸ਼ੇਨ ਦੇਸ਼ ਦੇ ਵਿੱਚ, ਉੱਥੇ ਇਹ ਅੱਗ ਨਹੀਂ ਆਈ। ਔਰ ਆਕਾਸ਼ ਅਤੇ ਧਰਤੀ ਦੇ ਅੰਤ ਨੂੰ ਖਤਮ ਕਰਨ ਲਈ, ਇਹਨੂੰ ਜਲਾਉਣ ਦੇ ਲਈ ਪਰਮੇਸ਼ਵਰ ਨੇ ਔਲੇ ਰੱਖੇ ਹੋਏ ਆ। ਅਯੂਬ ਦੇ ਵਿੱਚ ਅਸੀਂ ਪੜ੍ਹਿਆ ਆ, ਉਹਦੇ 38 ਔਰ 22 ਅਧਿਆਇ, ਉਹਦੀ 23 ਆਇਤ ਦੇ ਵਿੱਚ ਅਸੀਂ ਪੜ੍ਹਿਆ ਆ। ਦੂਸਰਾ ਪਤਰਸ ਉਹਦੀ 3 ਦੀ 6 ਅਤੇ 7 ਦੇ ਵਿੱਚ ਵੀ ਦੇਖੀਏ ਤਾਂ ਉੱਥੇ ਵੀ ਇਸ ਵਿਪਤੀ ਦੇ ਬਾਰੇ ਵਰਣਨ ਕੀਤਾ ਹੋਇਆ ਵਾ। ਔਰ ਜਦੋਂ ਔਲੇ ਬਰਸਾਏ ਜਾਣੇ ਆ ਤਾਂ ਇਹਨਾਂ ਦੇ ਨਾਲ ਅੱਗ ਵੀ ਬਰਸਾਈ ਜਾਣੀ ਆ, ਇਕੱਲੇ ਔਲੇ ਨਹੀਂ ਬਰਸਾਏ ਜਾਣੇ। ਦੂਸਰਾ ਪਤਰਸ ਉਹਦਾ 3 ਅਧਿਆਇ ਉਹਦੀ 6 ਔਰ 7 ਆਇਤ ਦੇ ਵਿੱਚ ਵੀ ਅਸੀਂ ਪੜ੍ਹ ਸਕਦੇ ਆ ਇਸ ਦੇ ਬਾਰੇ। ਔਰ ਇਹ ਔਲਿਆਂ ਦੇ ਨਾਲ ਧਰਤੀ ਨਸ਼ਟ ਹੋ ਜਾਏਗੀ। ਜਦੋਂ ਇਸ ਵਾਰੀ ਦੀਵਾਲੀ ਚੱਲਦੀ ਪਈ ਸੀ ਤਾਂ ਪਟਾਕੇ ਅਸਮਾਨ ਤੇ ਚੱਲਦੇ ਪਏ ਸੀ, ਤਾਂ ਮੈਂ ਸੋਚਦੀ ਪਈ ਸੀ ਜਦੋਂ ਆਵਾਜ਼ ਆ ਰਹੀ ਸੀ ਨਾ ਗੜ 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 ਠਾ ਠਾ ਦੀ, ਹਨਾ, ਤੇ ਏਦਾਂ ਲੱਗ ਰਿਹਾ ਜਿੱਦਾਂ ਕੁਛ ਰਿੱਝਦਾ ਹੁੰਦਾ, ਲੱਗਦਾ ਹੁੰਦਾ ਨਾ, ਏਦਾਂ ਗੜ 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 ਕਰਦਾ ਹੁੰਦਾ, ਜਿੱਦਾਂ ਅਸਮਾਨ ਦੇ ਉੱਤੇ ਕੁਛ ਰਿੱਝਦਾ ਹੁੰਦਾ, ਆਵਾਜ਼ ਆਉਂਦੀ ਹੁੰਦੀ ਨਾ ਪਟਾਕਿਆਂ ਦੀ। ਮੈਂ ਸੋਚਦੀ ਪਈ ਸੀ ਉਦੋਂ, ਮੈਂ ਕਿਹਾ ਜਦੋਂ ਔਲਿਆਂ ਦੀ ਵਿਪਤੀ ਹੋਣੀ ਆ ਉਦੋਂ ਕੀ ਹੋਊਗਾ। ਹੁਣ ਤਾਂ ਇਨਸਾਨ ਖੁਸ਼ੀ ਦੇ ਨਾਲ ਪਟਾਕੇ ਵਜਾਉਂਦੇ ਆ ਨਾ, ਸੂਰਜੀਆਂ ਅਸਮਾਨਾਂ ਦੇ ਵਿੱਚ ਕਈ ਤਰ੍ਹਾਂ ਦੇ ਉਹ ਜਦੋਂ ਰੰਗ ਬਿਰੰਗੇ ਪਟਾਕੇ ਏਦਾਂ ਨਾ ਉਹ ਆਉਂਦੇ ਆ ਤਾਂ ਕਿੰਨਾ ਅੱਛਾ ਲੱਗਦਾ ਆ, ਹਨਾ। ਤੇ ਮੈਂ ਕਿਹਾ ਜਿੱਦਣ ਔਲਿਆਂ ਦੀ ਵਿਪਤੀ ਆਉਣੀ ਆ, ਜਦੋਂ ਅਸਮਾਨ ਦੇ ਉੱਤੋਂ ਥੱਲੇ ਡਿਗਾਏ ਜਾਣੇ ਆ, ਹਨਾ, ਔਲਾ ਵਿਪਤੀ ਆਉਣੀ ਆ, ਨਾਲ ਅੱਗ ਵੀ ਆਉਣੀ, ਮੈਂ ਕਿਹਾ ਉਦੋਂ ਲੋਕ ਹੱਸਦੇ ਹੋਣਗੇ, ਉਦੋਂ ਰੋਂਦੇ ਹੋਣਗੇ। ਮੈਂ ਕਿਹਾ ਸ਼ੈਤਾਨ ਨੇ ਕਿੱਦਾਂ ਉਹਨਾਂ ਨੂੰ ਝਾਂਸੇ ਦੇ ਵਿੱਚ ਪਾਇਆ ਹੋਇਆ ਵਾ। ਸੋਚੀਏ, ਖੁਦਾ ਦੇ ਦਾਸ ਰਾਤੀ ਵੀ ਦੱਸਦੇ ਪਏ ਸੀ ਨਾ, ਕਈ ਵਾਰ ਅਸੀਂ ਕੋਈ ਖਾਣਾ ਪਕਾਉਂਦੇ ਹੋਏ ਕੁਝ ਕਰਦੇ ਹੋਏ ਤਾਂ ਅਚਾਨਕ ਸਾਡੇ ਹੱਥ ਤੇ ਅੱਗ ਲੱਗ ਜਾਂਦੀ ਹੈ ਨਾ, ਜਾਂ ਹਲਕਾ ਜਿਹਾ ਸੇਕ ਲੱਗ ਜਾਵੇ ਤਾਂ ਸਕਿਨ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਨਾ। ਤਾਂ ਸੋਚੀ ਜਦੋਂ 45 ਕਿਲੋਗ੍ਰਾਮ ਦਾ ਇੱਕ ਔਲਾ ਡਿੱਗੂਗਾ ਕੀ ਹੋਏਗਾ, ਗੋਲਾ, ਜਦੋਂ ਆਪਾਂ ਕਹਿੰਦੇ ਨਾ ਗੜੇ ਪਏ ਆ, ਗੜੇ ਨਹੀਂ ਪੈਣੇ ਬਰਫ਼ ਵਾਲੇ, 45 ਕਿਲੋਗ੍ਰਾਮ ਦਾ ਇੱਕ ਔਲਾ ਨਾਲ ਅੱਗ ਵਿਦ ਫਾਇਰ ਡਿੱਗਣਾ ਧਰਤੀ ਦੇ ਉੱਤੇ, ਔਰ 1/3 ਧਰਤੀ ਜਲ ਜਾਣੀ, ਨਾਸ਼ ਹੋ ਜਾਣੀ। ਵਿੱਚ ਹੀ ਇਨਸਾਨ ਆ, ਵਿੱਚ ਹੀ ਜਾਨਵਰ ਆ, ਵਿੱਚ ਹੀ ਘਾਹ ਫੂਸ, ਜੋ ਵੀ ਹਰਿਆਲੀਆਂ ਚੀਜ਼ਾਂ ਆ, ਸਭ ਜਲ ਕੇ ਕੀ ਹੋ ਜਾਣੀਆਂ, ਰਾਖ ਹੋ ਜਾਣੀਆਂ। 7 ਮੋਹਰਾਂ ਤੋਂ ਬਾਅਦ ਫਿਰ ਜਿਹੜੀ 7 ਮੋਹਰਾਂ ਖੁੱਲਣੀਆਂ, ਤੋਂ ਬਾਅਦ ਜਦੋਂ 7 ਤੂਰੀਆਂ ਦੀ ਪਹਿਲੀ ਤੂਰੀ ਖੁੱਲਣੀ, ਸਵਰਗਦੂਤ ਨੇ ਤੂਰੀ ਫੂਕਣੀ ਆ, ਤਾਂ ਉਹਦੇ ਵਿੱਚ ਔਲੇ ਡਿੱਗਣੇ ਆ ਧਰਤੀ ਤੋਂ। ਔਰ ਅਸੀਂ ਦੂਸਰੀ ਤੂਰੀ ਦੇਖਾਂਗੇ ਜਦੋਂ ਦੂਸਰੀ ਤੂਰੀ ਫੋਕੀ ਜਾਵੇਗੀ। ਰੈਵਲੇਸ਼ਨ ਪ੍ਰਕਾਸ਼ਿਤ ਵਾक्य, ਰੈਵਲੇਸ਼ਨ ਚੈਪਟਰ 8 वर्स 8 and 9, ਪ੍ਰਕਾਸ਼ਿਤ ਵਾक्य और 8 ਅਧਿਆਇ ਦੀ 8 और 9 ਆਇਤ ਦੇ ਵਿੱਚ ਅਸੀਂ ਦੇਖਾਂਗੇ, दूसरे स्वर्गदूत ने तूरी फूकी तो मानो आग सा जलता हुआ एक बड़ा पहाड़ समंदर में डाला गया, और समंदर का 1/3 पानी लहू हो गया, और समुंदर के 1/3 प्राणी मर गए, और 1/3 जहाज नष्ट हो गए। ਜਦੋਂ दूसरी तूरी फूकी जानी है। और स्कॉलर्स कह रहे हैं, ਜਿਹੜੇ ਬਾਈਬਲ स्कॉलर्स ਆ, ਕੁਝ ਇਸ ਤਰ੍ਹਾਂ ਕਹਿ ਰਹੇ ਆ, ਕਹਿੰਦੇ ਜਿਹੜਾ ਅਸਮਾਨ ਦੇ ਉੱਤੇ ਜਿੰਨੇ ਵੀ ਉਹ ਮੰਡਲ ਹੁੰਦੇ ਨਾ, ਔਰ ਉਹ ਕਹਿੰਦੇ ਇੱਕ ਉਲਕਾ ਪਿੰਡ ਹੁੰਦਾ ਆ, ਇੱਕ ਉਲਕਾ ਪਿੰਡ ਜਿਹਨੂੰ ਕਹਿੰਦੇ ਆ, ਉਹ ਅਸਮਾਨ ਦੇ ਉੱਤੋਂ ਹੀ ਡਿੱਗਣਾ ਆ ਤੇ ਸਮੁੰਦਰ ਦੇ ਵਿੱਚ ਜਾ ਡਿੱਗਣਾ ਹੈ। ਔਰ ਉਹਦੇ ਵਿੱਚ ਜਿੰਨੇ ਵੀ ਜੀਵ ਹੁੰਦੇ ਆ, ਸਮੁੰਦਰੀ ਜੀਵ ਹੁੰਦੇ ਆ, ਉਹ ਨਸ਼ਟ ਹੋ ਜਾਣੇ ਆ। ਔਰ ਪਾਣੀ ਦਾ ਰੰਗ ਕੀ ਹੋ ਜਾਣਾ, ਲਹੂ ਵਾਂਗੂ ਲਾਲ ਹੋ ਜਾਣਾ। ਔਰ ਉਹ ਕਹਿੰਦੇ
जहाज तक भी नष्ट हो जाने हैं ਜਿਹੜੇ इंसानों द्वारा बनाए गए हैं। और वो ये वित्ती अचानक आ पैनी आ, किसी ने वार्निंग नहीं देनी भी होने लगा इधर उधर हो जाओ ना, पता नहीं लगना कुछ भी। तीसरी तूरी जो फूकी जानी असी देखांगे प्रकाशित वाक्य ਉਹਦਾ 8 ਅਧਿਆਇ ਉਹਦੀ 10 ਆਇਤ ਦੇ ਵਿੱਚ और 11 आयत ਦੇ ਵਿੱਚ। तीसरे स्वर्गदूत ने तूरी फूंकी और एक बड़ा तारा जो मशाल के समान जलता था स्वर्ग से टूटा और नदियों की 1/3 पर और पानी के सोतों पर आ पड़ा। उस तारे का नाम नागदौना है और 1/3 पानी नागदौना सा कड़वा हो गया और बहुत से मनुष्य उस पानी के कड़वे हो जाने से मर गए। इत्थे ਅਸੀਂ देखते हैं जो तीसरी तुरई फूकी जानी है उसके बाद की होना है, 1/3 पानी की हो जाना, की हो जाना, 1/3 पानी की हो जाना, कौड़ा हो जाना। और जो लोग इस कौड़े पानी को पीणगे वो की हो जाएंगे, की हो जाएंगे। नागदौना का मतलब अगर ओदा असी मीन कढिए तो ओदा मतलब हुंदा है विनाशक, कड़वा। नागदौना का मतलब की हुंदा, कड़वा विनाशक। एक पत्ता भी आ, पत्ते भी आ, एक इनू पौधा भी आ नागदौना का। नागदौना एक की आ पौधा भी आ, ਉਹਦੇ पत्ते ग्रीन ਹੁੰਦੇ ਆ, छोटे छोटे इन्ने इन्ने ਹੁੰਦੇ ਆ ਉਹਦੇ पत्ते नागदौना। और बाइबल दसदी आ कि ਇਹ ਇੱਕ ਗੁਲਾਮੀ ਨੂੰ, ਅਨੈਤਿਕਤਾ ਨੂੰ ਅਤੇ ਅਨਿਆਏ ਨੂੰ ਦਰਸਾਉਂਦਾ ਹੈ। जिस नागदौने की ਆਪਾਂ ਗੱਲ ਕਰਦੇ ਪਏ ਆ, ਵਿਵਸਥਾ ਵਿਵਰਣ ਉਹਦਾ 29 ਚੈਪਟਰ ਉਹਦੀ 18 ਵਰਸ ਦੇ ਵਿੱਚ ਲਿਖਿਆ ਹੋਇਆ ਵਾ ਕਿ ਇੱਕ ਕੜਵਾ ਬੀਜ ਆ ਨਾਗਦੌਨਾ ਦੇ ਬਾਰੇ। ਯਰਮੀਆ ਉਹਦੀ 9 ਦੀ 15 ਦੇ ਵਿੱਚ ਲਿਖਿਆ ਹੋਇਆ ਵਾ ਇੱਕ ਕੜਵਾ ਵਿਸ਼ ਆ। ਨੀਤੀ ਵਚਨ ਉਹਦੀ 5 ਦੀ 4 ਦੇ ਵਿੱਚ ਵੀ ਨਾਗਦੌਨਾ ਜਿਹੜਾ ਇੱਕ ਪੇੜ ਆ ਉਹਦੇ ਬਾਰੇ ਲਿਖਿਆ ਹੋਇਆ ਵਾ। और कहता पानी नागदौना वृक्ष जड़ा है नागदौने वांगू की हो जाएगा, कड़वा हो जाएगा। असी देखांगे चौथी दूरी वाले रेवलेशन प्रकाशित वाक्य ओदा 12 ओदी 13 आयत विच, 12 और 13 आयत विच। चौथे स्वर्गदूत ने तुरी फूकी और सूर्य की 1/3 और चांद की 1/3 और तारों की 1/3 पर आपत्ति आई, यहाँ तक कि उनका 1/3 अंग अंधेरा हो गया और दिन की 1/3 से उजाला न रहा और वैसे ही रात में भी। फिर मैंने देखा जो आकाश के बीच में एक उकाब को उड़ते और ऊंचे शब्द से यह कहते सुना, उन 3 स्वर्गदूतों की दूरी के शब्दों के कारण जिनका फूंकना अभी बाकी है, पृथ्वी के रहने वालों पर हाय हाय हाय। ਇਹਦੇ ਵਿੱਚ ਲਿਖਿਆ ਵਾ सूरज चंद सितारे ਦਾ 1/3 भाग की हो जाएगा, अंधेरा हो जाएगा। सोचिए उदों की होवेगा। सूरज चंद सितारिਆਂ ਦਾ 1/3 भाग की हो जाएगा, हाँ जी अंधेरा हो जाएगा। कई बार इस कहते ना कहते ग्रह लगा होया, लोग ग्रह का नाम दे देंगे ना, अद्धा चंद काला, पर उदों की होना अद्धा सूरज अद्धे तारे अद्धा चंद 1/3 भाग उन्हां दा की हो जाना, की हो जाना। यशाया ओदी 13 चैप्टर ओदी 10 विच भी लिखिया होया। पुराने नेम दे विच असीं जे देखिया तां यशाया भविष्यवक्ता ने भी इस बारे दस्सिया होया वा। पंजवीं तूड़ी जदों फूकी जानी आ ओदे बारे असीं देखांगे। रेवलेशन चैप्टर 9 ओदी वर्स 1 तो लैके 12 तक, प्रकाशित वाक्य 9 अध्याय 1 तो 12 आयत तक। जब 5वें स्वर्गदूत ने तूरी फूकी तो मैंने स्वर्ग में पृथ्वी पर एक तारा गिरता हुआ देखा और उसे अथाह कुंड की कुंजी दी गई। उसने अथाह कुंड को खोला और कुंड में बड़ी भट्ठी सा धुआं उठा और कुंड के धुएं से सूर्य और वायु अंधकार में हो गए। उस धुएं से पृथ्वी पर टिड्डियां निकली और उन्हें पृथ्वी के बिच्छुओं की सी शक्ति दी गई। उनसे कहा गया, पृथ्वी की घास को नहीं, किसी हरियाली को नहीं, किसी पेड़ को हानि नहीं पहुंचानी,
ਉਹਨਾਂ ਟਿੱਡੀਆਂ ਨੂੰ ਕੀ ਹੁਕਮ ਦਿੱਤਾ ਗਿਆ? ਉਹ ਕਹਿੰਦੇ ਨਾ ਤੁਸੀਂ ਘਾਹ ਖਾਣਾ, ਨਾ ਕਿਸੇ ਦਰਖਤ ਦੇ ਪੱਤੇ ਖਾਣੇ, ਨਾ ਕੋਈ ਹਰਿਆਲੀ ਖਾਣੀ। ਉਹਨਾਂ ਨੂੰ ਕੀ ਹੁਕਮ ਦਿੱਤਾ ਗਿਆ? ਕਹਿੰਦੇ ਤੁਸੀਂ ਸਿਰਫ ਮਨੁੱਖਾਂ ਨੂੰ ਹਾਨੀ ਪਹੁੰਚਾਉਣੀ ਆ। ਉਹਨਾਂ ਟਿੱਡੀਆਂ ਨੂੰ ਹੁਕਮ ਦਿੱਤਾ ਗਿਆ ਕੀ ਕਰਨਾ? ਉਹਨਾਂ ਨੂੰ ਹਾਨੀ ਪਹੁੰਚਾਉਣੀ ਆ। ਔਰ ਹਾਨੀ ਉਹਨਾਂ ਟਿੱਡੀਆਂ ਨੇ ਉਹਨਾਂ ਨੂੰ ਦੱਸਣਾ ਆ ਜਿਨ੍ਹਾਂ ਦੇ ਮੱਥੇ ਦੇ ਉੱਤੇ ਸਵਰਗਦੂਤਾਂ ਦੇ ਦੁਆਰਾ ਜਿਹੜੀ ਮੋਹਰ ਲੱਗਣੀ ਆ ਉਹ ਨਾ ਲੱਗੀ ਹੋਈ। ਅਸੀਂ ਪਿਛਲੇ ਚ ਪੜ੍ਹਿਆ ਸੀ ਨਾ 6ਵੇਂ ਔਰ 7ਵੇਂ ਕਾਲ ਦੇ ਮੱਧ ਦੇ ਵਿੱਚ ਸੈਂਟਰ ਦੇ ਵਿੱਚ ਕੀ ਹੋਣਾ ਆ? 12 ਗੋਤਰ ਜਿਹੜੇ ਸੀ ਇਜ਼ਰਾਈਲੀਆਂ ਬਾਰੇ ਤੁਹਾਨੂੰ ਦੱਸਿਆ ਗਿਆ ਸੀਗਾ ਨਾ, ਉਹਨਾਂ ਦੇ ਵਿੱਚੋਂ 12,000 ਇਜ਼ਰਾਈਲੀ ਚੁਣੇ ਜਾਣੇ ਆ। ਉਹਨਾਂ ਦੇ ਸਵਰਗਦੂਤਾਂ ਨੇ ਮੱਥੇ ਦੇ ਉੱਤੇ ਕੀ ਲਗਾਉਣੀ ਆ? ਮੋਹਰ ਲਗਾਉਣੀ, ਤਾਂ ਕਿ ਆਉਣ ਵਾਲੀ ਵਿਪਤੀਆਂ ਤੋਂ ਬਚ ਸਕਣ। ਔਰ ਜਿਨ੍ਹਾਂ ਦੇ ਉੱਤੇ ਸਵਰਗਦੂਤਾਂ ਦੇ ਦੁਆਰਾ ਲਗਾਈ ਹੋਈ ਮੋਹਰ ਮੱਥੇ ਤੇ ਲੱਗੀ ਹੋਏਗੀ, ਟਿੱਡੀਆਂ ਉਹਨਾਂ ਦਾ ਨੁਕਸਾਨ ਨਹੀਂ ਕਰ ਸਕਣਗੀਆਂ। ਪਰ ਜੋ ਲੋਕ ਨਹੀਂ ਹੋਣਗੇ, ਟਿੱਡੀਆਂ ਉਹਨਾਂ ਨੂੰ ਡੰਗ ਮਾਰਨਗੀਆਂ। ਔਰ ਉਹ ਕਹਿੰਦੇ ਉਹਨਾਂ ਦੀ ਪੀੜਾ ਟਿੱਡੀ, ਜਦੋਂ ਟਿੱਡੀ ਨੇ ਦੱਸਣਾ ਆ, ਉਹਦੀ ਪੀੜਾ ਬਿੱਛੂ ਵਾਂਗੂ ਹੋਵੇਗੀ। ਇਨਸਾਨ ਨੇ 6 ਮਹੀਨੇ ਤੜਫਦਾ ਰਹਿਣਾ, ਮਰਨਾ ਨਹੀਂ ਆ। 6 ਮਹੀਨੇ ਤੜਫੀ ਜਾਣਾ, ਤੜਫੀ ਜਾਣਾ। ਔਰ ਉਹ ਕਹਿੰਦੇ ਉਹਨਾਂ ਟਿੱਡੀਆਂ ਦਾ ਜਿਹੜਾ ਆਕਾਰ ਆ, ਜਦੋਂ ਆਪਾਂ ਲੜਾਈ ਦੇ ਲਈ ਘੋੜੇ ਤਿਆਰ ਕਰਦੇ ਆ, ਘੋੜਿਆਂ ਵਾਂਗੂ ਉਹਨਾਂ ਦਾ ਆਕਾਰ ਹੋਣਾ ਆ। ਔਰ ਉਹਨਾਂ ਦੇ ਸਿਰਾਂ ਦੇ ਉੱਤੇ ਮੁਕਟ ਹੋਣੇ ਆ। ਔਰ ਉਹਨਾਂ ਦੇ ਮੂੰਹ ਜਿਹੜੇ ਟਿੱਡੀਆਂ ਦੇ ਆ ਉਹ ਮਨੁੱਖਾਂ ਵਰਗੇ ਹੋਣੇ ਆ। ਔਰ ਉਹਨਾਂ ਦੇ ਬਾਲ ਇਸਤਰੀਆਂ ਵਰਗੇ ਹੋਣੇ ਟਿੱਡੀਆਂ ਦੇ। ਟਿੱਡੀ ਦੇਖੀ ਹੈ ਨਾ ਆਪਾਂ, ਦੇਖੀ ਆ ਕਿੱਦਾਂ ਦੀ ਹੁੰਦੀ ਹਨਾ। ਬਟ ਜਿਹੜੀ ਜਦੋਂ ਸਵਰਗਦੂਤ ਨੇ ਪੰਜਵੀਂ ਤੂਰੀ ਫੂਕਣੀ ਆ, ਜਦੋਂ ਧਰਤੀ ਦੇ ਉੱਤੇ ਉਹ ਟਿੱਡੀਆਂ ਆਉਣੀਆਂ ਆ, ਤਾਂ ਉਹਨਾਂ ਦਾ ਆਕਾਰ ਕਿੱਦਾਂ ਦਾ ਹੋਣਾ? ਕਹਿੰਦੇ ਜਦੋਂ ਘੋੜਾ ਜਾਂਦਾ ਨਾ ਯੁੱਧ ਦੇ ਲਈ, ਉਦਾਂ ਦਾ ਹੋਣਾ। ਔਰ ਉਹਦੇ ਲੰਬੇ ਬਾਲ ਹੋਣੇ ਇਸਤਰੀਆਂ ਵਾਂਗੂ। ਔਰ ਟਿੱਡੀ ਦਾ ਮੂੰਹ ਕਿੱਦਾਂ ਦਾ ਹੋਣਾ? ਇੱਕ ਮਨੁੱਖ ਵਾਂਗੂ। ਔਰ ਉਹਦੇ ਸਿਰ ਦੇ ਉੱਤੇ ਕੀ ਹੋਣਾ? ਮੁਕਟ ਹੋਣਾ। ਔਰ ਇੰਨੀ ਕਿ ਟਿੱਡੀ ਨਹੀਂ ਹੁੰਦੀ ਜਿਹੜੀ ਆਪਾਂ ਚੁੱਟੀ ਮਾਰ ਕੇ ਮਾਰ ਦਿੰਦੇ, ਬਹੁਤ ਵੱਡਾ ਆਕਾਰ ਹੋਣਾ, ਬਹੁਤ ਵੱਡਾ। ਹਾਲੀਵੁੱਡ ਫਿਲਮਾਂ 'ਚ ਆਪਾਂ ਦੇਖਦੇ ਨਾ, ਨਕਲੀ ਕੀੜੇ ਤਿਆਰ ਕਰ ਦਿੰਦੇ, ਭੂਤ ਇਹ ਉਹ ਨਾ ਫਿਲਮਾਂ ਦੇ ਵਿੱਚ ਹੁੰਦੇ। ਪਰ ਅਸਲ ਦੇ ਵਿੱਚ ਜਦੋਂ ਅਸੀਂ ਆਪਣੀ ਅੱਖਾਂ ਦੁਆਰਾ ਦੇਖਾਂਗੇ ਨਾ, ਤਾਂ ਡਰ ਲੱਗਣਾ। ਫਿਰ ਲੋਕਾਂ ਨੇ ਯਿਸੂ ਨੂੰ ਪੁਕਾਰਨਾ, ਪ੍ਰਭੂ ਬਚਾ ਲਾ ਸਾਨੂੰ ਇਹਨਾਂ ਵਿਪਤੀਆਂ ਤੋਂ ਬਚਾ ਲਾ। ਔਰ ਜੋਇਲ ਉਹਦਾ 2 ਅਧਿਆਇ ਉਹਦੀ 4 ਤੋਂ ਲੈ ਕੇ 12 ਆਇਤ ਤੱਕ ਅਸੀਂ ਪੜਾਂਗੇ, ਜੋ ਉਹਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਆ। ਜੋਇਲ ਭਵਿਸ਼ਵਕਤਾ ਨੇ ਦੱਸਿਆ ਇਹਦੇ ਵਿੱਚ ਟਿੱਡੀਆਂ ਪ੍ਰਭੂ ਦੇ ਦੇਣ ਦੀ ਚੇਤਾਵਨੀ ਦੇ ਰੂਪ ਦੇ ਵਿੱਚ ਪਰਮੇਸ਼ਵਰ ਨੇ ਇੱਥੇ ਦੱਸਿਆ ਹੋਇਆ ਵਾ। 4 ਅਧਿਆਇ ਤੋਂ ਅਗਰ ਅਸੀਂ 12 ਆਇਤ ਤੱਕ ਪੜ੍ਹੀਏ ਤਾਂ ਉਹਦੇ ਵਿੱਚ ਲਿਖਿਆ ਹੋਇਆ, ਕਹਿੰਦੇ ਉਹਦਾ ਰੂਪ ਜਿਹੜਾ ਘੋੜਿਆਂ ਵਰਗਾ ਆ। ਔਰ ਉਹਨਾਂ ਦੇ ਕੁੱਦਣ ਦਾ ਸ਼ਬਦ ਪਤਾ ਕਿੱਦਾਂ ਹੋਣਾ? ਜਦੋਂ ਐ ਚੱਲਦੀਆਂ ਹੋਣੀਆਂ ਹਨਾ, ਏਦਾਂ ਲੱਗਣਾ ਜਿੱਦਾਂ ਪਹਾੜ ਡਿੱਗਦੇ ਪਏ, ਪਹਾੜ ਹਿੱਲਦੇ ਪਏ, ਠਮ 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 ਏਦਾਂ ਆਵਾਜ਼ ਹੋਣੀ। ਉਹਦਾ ਪਾਰੇ ਏਦਾਂ ਆ ਤਾਂ ਬਹੁਤ ਥੋੜੀ ਆ ਨਾ ਆਵਾਜ਼, ਧਰਤੀ ਹਿੱਲਣੀ ਆ, ਕੰਬਣੀ ਆ। ਉਹਨਾਂ ਦੇ ਚੱਲਣ ਦੀ ਆਵਾਜ਼ ਏਦਾਂ ਦੀ ਹੋਣੀ ਆ। ਔਰ ਉਹ ਕਹਿੰਦੇ ਸ਼ਹਿਰ ਪਨਾਹ ਦੇ ਉੱਤੇ ਚੜ ਜਾਣਗੇ, ਲੋਕੀ ਆ ਦੇਸ਼ ਦੇ ਉੱਤੇ ਚੜ ਜਾਣਗੇ ਔਰ ਆਪਣੇ ਮਾਰਗ ਤੇ ਚੱਲਣਗੇ। ਔਰ ਉਹ ਇੱਕ ਦੂਸਰੇ ਨੂੰ ਧੱਕਾ ਨਹੀਂ ਲਾਉਣਗੇ, ਉਹ ਆਪਣੇ ਰਾਹ ਤੇ ਚੱਲਦੇ ਜਾਣਗੇ। ਔਰ ਨਗਰ ਦੇ ਲੋਕ ਜਿਹੜੇ ਹੋਣਗੇ ਉਹਨਾਂ ਨੂੰ ਦੇਖ ਕੇ ਇੱਧਰ ਉੱਧਰ ਭੱਜਣਗੇ। और उनके आगे पृथ्वी कांप उठती है और आकाश थरथराता है, सूर्य और चंद्रमा काले हो जाते हैं, तारे नहीं जलते। और वो ਜਿਹੜੀਆਂ ਟਿੱਡੀਆਂ ਹੈ ਨਾ, ਜਦੋਂ ਆਪਾਂ ਬੂਹੇ ਬੰਦ ਕਰ ਲੈਂਦੇ ਕਹਿੰਦਾ ਉਹਨਾਂ ਨੇ ਵਿੱਚੋਂ ਤੱਕ ਦੀ ਉਹਨਾਂ ਨੇ ਅੰਦਰ ਆਉਣਾ। ਆਪਾਂ ਕਹੂੰਗੇ ਕੁੰਡੇ ਬੰਦ ਕਰ ਲਓ, ਬੂਹੇ ਬੰਦ ਕਰ ਲਓ, ਸਾਨੂੰ ਕਿਹੜਾ ਕੁਝ ਕਹਿ ਸਕਦੇ। ਇੰਨੀ ਕੀ ਚੀਜ਼ ਵਿੱਚੋਂ ਵੀ ਉਹਨਾਂ ਨੇ ਤੁਹਾਡੇ ਅੰਦਰ ਆ ਕੇ ਤੁਹਾਨੂੰ ਨਾਸ਼ ਕਰਨ ਲਈ ਆ ਜਾਣਾ। ਤੁਸੀਂ ਅੱਗੇ ਅੱਗੇ ਭੱਜਣਾ, ਉਹਨਾਂ ਨੇ ਤੁਹਾਡੇ ਪਿੱਛੇ ਪਿੱਛੇ ਭੱਜਣਾ। ਔਰ 6 ਮਹੀਨੇ ਤੱਕ ਜਦੋਂ ਉਹਨਾਂ ਨੇ ਡੰਗ ਮਾਰਨਾ, ਇਨਸਾਨ ਨੇ ਤੜਫਣਾ, ਤੜਫੀ ਜਾਣਾ, ਮੌਤ ਮੰਗਣੀ, ਉਹਨੂੰ ਮੌਤ ਨਹੀਂ ਆਉਣੀ। ਪਰ ਜੋਇਲ ਭਵਿਸ਼ਵਕਤਾ ਦੱਸਦਾ ਆ 12 ਆਇਤ ਵਿੱਚ, ਕਹਿੰਦਾ तो भी यहोवा की यह वाणी है,
अभी भी सुनो। कहता यहोवा की यह वाणी है, अभी भी सुनो। उपवास के साथ रोते पीटते अपने पूरे मन से फिरकर मेरे पास आओ। हजे भी कहता समा आ, रोवो पिटो अपने जान ली, रोजे रखो, खुदा दे कोल जीवन ਨੂੰ ਮੰਗੋ, ਮਨ ਫਰਾਵੋ, ਤਾਂ ਯਿਸੂ ਮਸੀਹ ਨਾਲ ਸਾਰੀਆਂ ਆਫਤਾਂ ਤੋਂ ਸਾਨੂੰ ਦੂਰ ਕਰੇਗਾ। ਔਰ ਜਿਸ ਦਿਨ ਉਹ ਗੁਪਤ ਆਗਮਨ, ਜਿਹਨੂੰ ਰੈਪਚਰ ਕਹਿੰਦੇ ਆ, ਗੁਪਤ ਆਗਮਨ ਕਹਿੰਦੇ ਆ, ਜਦੋਂ ਯਿਸੂ ਮਸੀਹ ਬਦਲਾ ਤੇ ਆਵੇਗਾ, ਫਿਰ ਸਾਨੂੰ ਨਾਲ ਲੈ ਕੇ ਜਾਵੇਗਾ, ਫਿਰ ਅਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਨਹੀਂ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਯਿਸੂ ਕਿੰਨਾ ਮਹਾਨ ਆ। ਉਹ ਫਿਰ ਵੀ ਜੋਲ ਭਵਿਸ਼ਵਕਤਾ ਦੇ ਦੁਆਰਾ ਕਹਿੰਦਾ ਪਿਆ, ਕਹਿੰਦਾ ਉਹਨਾਂ ਨੂੰ ਦੱਸ, ਹਜੇ ਵੀ ਯਹੋਵਾ ਦੀ ਇਹ ਬਾਣੀ ਆ, ਹਜੇ ਵੀ ਯਹੋਵਾ ਇਹ ਫਰਮਾਉਂਦਾ ਪਿਆ ਆ, ਜੇ ਤੁਸੀਂ ਸੱਚੇ ਮਨ ਦੇ ਨਾਲ ਪਛਤਾਪ ਕਰੋਗੇ, ਮਨ ਫਰਾਓਗੇ, ਤਾਂ ਇਹ ਆਫਤਾਂ ਯਿਸੂ ਮਸੀਹ ਕਹਿੰਦਾ ਤੁਹਾਡੇ ਉੱਤੇ ਨਹੀਂ ਆਉਣਗੀਆਂ। ਅਗਰ ਸਾਨੂੰ ਸੁਣ ਕੇ ਡਰ ਲੱਗਦਾ, ਜਦੋਂ ਅਸੀਂ ਦੇਖਾਂਗੇ ਲਾਈਵ ਇਹ, ਤਾਂ ਕੀ ਹੋਵੇਗਾ ਸੋਚੀਏ। ਕਿੱਦਾਂ ਆਪਾਂ ਬੱਚਿਆਂ ਨੂੰ ਬਚਾਵਾਂਗੇ, ਆਪਣੇ ਕਿੱਦਾਂ ਆਪਣੇ ਆਪ ਨੂੰ, ਪਰਿਵਾਰ ਨੂੰ ਬਚਾਵਾਂਗੇ ਨਾ ਆਫਤਾਂ ਤੋਂ, ਜੇ ਅਸੀਂ ਪੂਰੀ ਤਰ੍ਹਾਂ ਆਪਣੇ ਮਨ ਨੂੰ ਫਰਾ ਕੇ ਯਹੋਵਾ ਵੱਲ, ਯਿਸੂ ਮਸੀਹ ਵੱਲ ਮੋੜ ਜਾਵਾਂਗੇ, ਪਛਤਾਪ ਕਰਾਂਗੇ, ਯਿਸੂ ਨੂੰ ਆਪਣਾ ਉਧਾਰਕਰਤਾ ਮੰਨ ਲਵਾਂਗੇ, ਤਾਂ ਇਹ ਸਾਰੀਆਂ ਵਿਪਤੀਆਂ ਸਾਡੇ ਤੋਂ ਦੂਰ ਹੋ ਜਾਣਗੀਆਂ। ਛठी ਮੋਹਰ ਅਸੀਂ ਦੇਖਾਂਗੇ ਰੈਵਲੇਸ਼ਨ ਚੈਪਟਰ 9 ਵਰਸ 13, ਪ੍ਰਕਾਸ਼ਿਤ ਵਾਕਿਆ ਉਹਦਾ 9 ਅਧਿਆਏ ਉਹਦੀ 13 ਆਇਤ ਦੇ ਵਿੱਚ ਅਸੀਂ ਜਦੋਂ ਦੇਖੀਏ, ਜਦੋਂ ਛठी ਮੋਹਰ ਛठी ਤੂਰੀ ਫੂਕੀ ਜਾਣੀ ਆ ਸਵਰਗਦੂਤ ਦੇ ਦੁਆਰਾ, 9 अध्याय 13 आयत दे विच, जब छठवें स्वर्गदूत ने तुरई फूकी तो सोने की वेदी जो परमेश्वर के सामने है, उसके सींगों में से ऐसा शब्द सुना, मानो कोई छठवें स्वर्गदूत से जिसके पास तुरी थी कह रहा है, उन 4 स्वर्गदूतों को जो बड़ी नदी फुरात के पास बंधे हुए हैं खोल दो। छठवीं तूरी विच परमेश्वर 4 स्वर्गदूतां नूं की करन जा रहा वा, रिहा करन जा रहा सी, देखिया है। और ये जेड़े 4 स्वर्गदूत आ, ये जेड़े मनुष्य दीयां जातियां आ, 1/3 उन्हां नूं मारन दे लई फरात दी महानदी दे कोल पहुंच जाणगे। फरात नदी दे बारे उत्पत्त ओदा 2 अध्याय ओदी 14 आयत विच लिखिया होया, जिहड़ी 4 नदियां परमेश्वर ने कहा गया आ, उन्हां विचों एक नदी फरात नदी आ, जिहदे बारे उत्पत्त ओदा 2 अध्याय ओदी 14 आयत दे विच लिखिया होया, वर्णन कीता होया। उस फरात नदी दे बारे दसदे पए आ, और दस्सिया जा रहा वा आ फ्यूचर दे साइन जो प्रेजेंट चलदा पिया आ। कहंदे फरात नदी जिहड़ा इस टाइम सुक गई आ, इस टाइम जी फरात नदी आ सुकी पई आ, दसिया जा रहा वा, मैं देखन नहीं गई जा, बट दस रहे आ लोग, गल कर रहे आ, फरात नदी जी आ सुक गई है इस टाइम। ਅਸੀਂ ਦੇਖਦੇ ਆ 4 अंक ਦਾ ਅਲੱਗ-ਅਲੱਗ ਤਰੀਕੇ ਦੇ ਨਾਲ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਦੱਸਿਆ ਹੋਇਆ ਵਾ। 4 अंकां ਨੂੰ ਪ੍ਰਕਾਸ਼ਿਤ ਵਾਕਿਆ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਦੱਸਿਆ ਹੋਇਆ। ਇਹਦਾ ਮਤਲਬ ਜਿਹੜਾ 4 ਅੰਕਾਂ ਪਰਮੇਸ਼ਵਰ ਦੀ ਸਾਮਰਥ ਔਰ ਪਰਮੇਸ਼ਵਰ ਦੀ ਸ਼ਕਤੀ ਨੂੰ ਕੀ ਕਰਦਾ ਆ, ਦਰਸਾਉਂਦਾ ਹੈ। 4 ਸੁਸਮਾਚਾਰ है ना, 4 दिशावां, 4 स्वर्गदूत, और रेवलेशन ਉਹਦਾ 7 ਅਧਿਆਇ ਦੀ 1 ਆਇਤ ਦੇ ਵਿੱਚ ਅਸੀਂ ਪੜ੍ਹਿਆ ਸੀ 4 ਕੋਨਿਆਂ ਦੇ ਕੋਲ 4 ਸਵਰਗਦੂਤਾਂ ਦਾ ਜ਼ਿਕਰ ਆਇਆ ਸੀ ਉੱਥੇ, ਹੈ ਨਾ, ਔਰ ਜਿਨ੍ਹਾਂ ਨੇ ਛਾਪ ਲਗਾਉਣੀ ਆ, ਹੈ ਨਾ, ਅਸੀਂ ਪੜ੍ਹਿਆ ਸੀਗਾ ਪਿਛਲੇ ਸੰਡੇ। 4 ਪ੍ਰਾਣੀਆਂ ਬਾਰੇ ਜ਼ਿਕਰ ਕੀਤਾ ਗਿਆ ਵਾ। हालेलुया, हालेलुया, हालेलुया। और उस तो बाद ਅਸੀਂ ਦੇਖਾਂਗੇ 9 ਅਧਿਆਇ ਉਹਦੀ 20 ਆਇਤ ਔਰ 21 ਆਇਤ ਦੇ ਵਿੱਚ, ਉਹਦੇ ਵਿੱਚ ਲਿਖਿਆ ਹੋਇਆ ਵਾ ਬਾਈਬਲ ਦੇ ਅਨੁਸਾਰ ਜਿਹੜੀ ਮੂਰਤੀ ਪੂਜਾ ਆ ਉਹ ਬਹੁਤ ਵੱਡਾ ਇੱਕ ਪਾਪ ਆ।
ਰੈਵਲੇਸ਼ਨ ਉਹਦਾ 9 ਅਧਿਆਇ ਦੀ 20 ਔਰ 21 ਆਇਤ ਦੇ ਵਿੱਚ ਅਸੀਂ ਦੇਖਦੇ ਆ, ਉਹਦੇ ਵਿੱਚ ਪਰਮੇਸ਼ਵਰ ਨੇ, ਯਿਸੂ ਯਹੋਵਾ ਨੇ, ਖੁਦਾਵੰਦ ਯਿਸੂ ਮਸੀਹ ਨੇ ਦੱਸਿਆ ਆ ਮੂਰਤੀ ਪੂਜਾ ਬਾਰੇ। ਬਟ ਯਿਸੂ ਮਸੀਹ ਕਹਿੰਦਾ ਆ ਕਿ ਮੈਨੂੰ ਮੂਰਤੀ ਪੂਜਾ ਤੋਂ ਸਖਤ ਕੀ ਆ, ਨਫ਼ਰਤ ਆ, ਔਰ ਇਹ ਸਭ ਤੋਂ ਵੱਡਾ ਪਾਪ ਆ। ਅਗਰ ਅਸੀਂ ਦੂਰਬੀਨ ਲੈ ਕੇ ਅਸਮਾਨ ਵੱਲ ਦੇਖਾਂਗੇ, ਦੂਰਬੀਨ ਨੂੰ ਲੈ ਕੇ ਅਸਮਾਨ ਵੱਲ ਦੇਖਾਂਗੇ ਤਾਂ ਪੂਰੇ ਬ੍ਰਹਮਾਂਡ ਦੇ ਵਿੱਚ ਲੱਖਾਂ ਕਰੋੜਾ ਕੀ ਆ, ਲੱਖਾਂ ਕਰੋੜਾ ਕੀ ਆ, ਗੈਲੈਕਸੀ, ਲੱਖਾਂ ਕਰੋੜਾ। ਜਦੋਂ ਆਪਾਂ ਦੇਖ ਰਹੇ ਨਾ ਗੈਲੈਕਸੀ ਹੈ ਨਾ, ਦੂਰਬੀਨ ਨਾਲ ਦੇਖਾਂਗੇ ਦੂਰ ਤੱਕ ਤਾਂ ਲੱਖਾਂ ਕਰੋੜਾ ਗੈਲੈਕਸੀ ਆ। ਔਰ ਜਿੱਥੇ ਅਸੀਂ ਸਾਰੇ ਰਹਿੰਦੇ ਆ ਉਹਨੂੰ ਮਿਲਕੀ ਵੇ ਗੰਗਾ ਗ੍ਰਹਿ ਕਹਿੰਦੇ ਆ। ਜਿੱਥੇ ਅਸੀਂ ਸਾਰੇ ਰਹਿੰਦੇ ਆ ਉਹਨਾਂ ਨੂੰ ਕੀ ਕਹਿੰਦੇ, ਮਿਲਕੀ ਵੇ, ਆਕਾਸ਼ ਗੰਗਾ ਕਹਿੰਦੇ ਆ, ਜਿੱਥੇ ਅਸੀਂ ਮਨੁੱਖ ਜਾਤੀ ਅਸੀਂ ਰਹਿੰਦੇ ਆ। ਔਰ ਇਹ ਲੱਖਾਂ ਕਰੋੜਾਂ ਜਿਹੜੀਆਂ ਗੈਲੈਕਸੀਆਂ ਦੱਸੀਆਂ ਉਹਨਾਂ ਦੇ ਵਿੱਚੋਂ ਇੱਕ ਹੈ ਜਿੱਥੇ ਅਸੀਂ ਰਹਿੰਦੇ ਆ, ਮਿਲਕੀ ਵੇ। ਔਰ ਇਹ ਜਿਹੜੀ ਗੈਲੈਕਸੀ ਆ ਇਹ ਲੱਖਾਂ ਕਰੋੜਾਂ ਤਾਰਿਆਂ, ਗ੍ਰਹਿਾਂ, ਧੂਲਾਂ ਤੇ ਗੈਸਾਂ ਦੇ ਨਾਲ ਬਣੀ ਹੋਈ ਹੈ। ਔਰ ਜੇਕਰ ਅਸੀਂ ਗੈਲੈਕਸੀ ਨੂੰ ਪਾਰ ਕਰਨਾ ਹੋਵੇ ਤਾਂ ਆਕਾਸ਼ ਦੀ ਗਤੀ ਦੇ ਦੁਆਰਾ 3 ਲੱਖ ਪ੍ਰਤੀ ਸੈਕਿੰਡ, 3 ਲੱਖ ਪ੍ਰਤੀ ਸੈਕਿੰਡ ਇਹਦੀ ਗਤੀ ਆ। ਔਰ ਅਗਰ ਅਸੀਂ ਨਾ ਗੈਲੈਕਸੀਆਂ ਨੂੰ ਪਾਰ ਕਰਨਾ ਤਾਂ ਸਾਨੂੰ 1 ਲੱਖ ਸਾਲ ਲੱਗਣਾ ਹੈ, 1 ਲੱਖ ਸਾਲ। मतलब कि देखो साडा यहोवा, साडा परमेश्वर कितना महान, उन्हें कितना ਦੀਆਂ ਚੀਜ਼ਾਂ ਬਣਾਈਆਂ ਹੈ, ਕਿੱਦਾਂ ਦੀਆਂ ਯਿਸੂ ਮਸੀਹ ਨੇ ਚੀਜ਼ਾਂ ਬਣਾਈਆਂ ਆ। ਬ੍ਰਹਮੰਡ ਨੂੰ ਪਾਰ ਕਰਨ ਦੇ ਲਈ ਕਿੰਨੇ ਸਾਲ ਲੱਗਣੇ ਆ। ਜੇ ਇੱਕ ਗੈਲੈਕਸੀ ਨੂੰ ਜੇ ਅਸੀਂ ਇੱਕ ਗੈਲੈਕਸੀ ਨੂੰ ਕੀ ਕਹਿੰਦੇ ਆ ਪਾਰ ਕਰਨਾ ਹੋਵੇ, ਜੇ ਅਸੀਂ ਇਹਨਾਂ ਤੋਂ ਅੱਗੇ ਨਿਕਲਣਾ ਹੋਵੇ ਜਾਂ ਇਹਨਾਂ ਦੇਖਣਾ ਹੋਵੇ ਤਾਂ 1 ਲੱਖ ਸਾਲ ਲੱਗੇਗਾ। सोचिए ब्रह्मांड ਨੂੰ ਪੂਰੇ ਨੂੰ ਕਿੰਨਾ ਸਮਾਂ ਲੱਗੇਗਾ, ਪਰ ਯਿਸੂ ਮਸੀਹ ਏਦਾਂ ਹੀ ਲੈ ਜਾਵੇਗਾ ਸਾਨੂੰ ਹੈ। ਕਿੰਨਾ ਮਹਾਨ ਆ, ਫਿਰ ਅਸੀਂ ਉਹਦੀ ਪੂਜਾ, ਉਹਦੀ ਪ੍ਰਸਤਿਸ਼ ਕਿਉਂ ਨਹੀਂ ਕਰਦੇ। ਤਾਂ ਯਿਸੂ ਮਸੀਹ ਕਹਿੰਦਾ ਉਹ ਕੋਈ ਆਮ ਇਨਸਾਨ ਥੋੜੋ ਆ, ਸਵਰਗ ਉਹਦਾ ਸਿੰਘਾਸਨ ਆ, ਪ੍ਰਿਥਵੀ ਉਹਦੇ ਹਾਂ ਪੈਰਾਂ ਦੀ ਚੌਂਕੀ ਆ। ਔਰ ਯਿਸੂ ਮਸੀਹ परमेश्वर यहोवा ਦੇ ਯੋਗ ਕੋਈ ਨਹੀਂ ਆ, ਉਹ ਜ਼ਿੰਦਾ ਖੁਦਾ ਆ ਸਾਡਾ। ਔਰ 19 ਦੇ ਆਇਓ ਦੀ 20 ਔਰ 21 ਆਇਤ ਦੇ ਵਿੱਚ ਲਿਖਿਆ ਹੋਇਆ ਵਾ, ਕਹਿੰਦਾ ਬਹੁਤੇ ਲੋਕ ਉਦੋਂ ਕੀ ਕਰਨਗੇ, ਮੈਨੂੰ ਛੱਡ ਕੇ ਦੂਜਿਆਂ ਦੀ ਪੂਜਾ ਕਰਨ ਲੱਗ ਪੈਣਗੇ। ਜਿਹਨੇ ਇੰਨਾ ਕੁਝ ਬਣਾਇਆ ਵਾ, ਜਿਹੜਾ ਸਰਵ ਸ਼ਕਤੀਮਾਨ ਆ, ਸਰਵ ਵਿਆਪੀ ਆ, ਸਰਵ ਗਿਆਨੀ ਆ ਪਰਮੇਸ਼ਰ, ਅਸੀਂ ਉਹਨੂੰ ਛੱਡ ਕੇ ਕੀ ਦੂਸਰੇ ਅੱਗੇ ਆਪਣੇ ਸਿਰ ਨੂੰ ਝੁਕਾ ਲਵਾਂਗੇ? ਹਾਂਜੀ ਹਾਂਜੀ। ਫਿਰ ਸਾਨੂੰ ਲੋੜ ਨਹੀਂ ਆ ਯਿਸੂ ਦੀ ਫੋਟੋ ਲਾਉਣ ਦੀ ਜਾਂ ਦੀ ਪੇਂਟਿੰਗ ਬਣਾਉਣ ਦੇ ਲਈ, ਹਨਾ, ਜਾਂ ਮੋਮਬੱਤੀ ਲਾ ਕੇ ਪੂਜਾ ਕਰਨ ਦੀ ਜਾਂ ਅਗਰਬੱਤੀ ਲਾ ਕੇ ਪੂਜਾ ਕਰਨ ਦੀ ਲੋੜ ਨਹੀਂ ਗੀ। ਜਿਹੜਾ ਜ਼ਮੀਨ ਔਰ ਅਸਮਾਨ ਦਾ ਮਾਲਕ ਤੇ ਖਾਲਿਕ ਆ, ਲੋੜ ਨਹੀਂ ਸਾਨੂੰ। ਔਰ ਅੱਗੇ ਚੱਲ ਕੇ ਇਦਾਂ ਦਾ ਸਮਾਂ ਆਉਣਾ ਆ ਜਦੋਂ ਲੋਕਾਂ ਨੇ ਕਹਿਣਾ ਆ ਝੁੱਕ ਕੇ ਮੈਨੂੰ ਸਲਾਮ ਕਰੋ, ਮੂਰਤੀ ਨੂੰ ਸਲਾਮ ਕਰੋ, ਮੈਨੂੰ ਸਜਦਾ ਕਰੋ, ਪਰ ਕਰਨਾ ਨਹੀਂ ਆ। ਕਿਉਂਕਿ ਅਸੀਂ ਦੇਖਿਆ ਆ ਯਿਸੂ ਮਸੀਹ ਦੀ ਸ਼ਕਤੀ ਨੂੰ। ਤੁਹਾਨੂੰ ਗੈਲੈਕਸੀ, ਤੁਹਾਨੂੰ ਬ੍ਰਹਮੰਡ ਬਾਰੇ, ਤੁਹਾਨੂੰ ਗ੍ਰਹਿਾਂ ਬਾਰੇ ਦੱਸਿਆ, ਉੱਥੇ ਪਹੁੰਚਣ ਦੇ ਲਈ 1 ਲੱਖ ਸਾਲ ਲੱਗਦਾ ਆ। ਤਾਂ ਦੇਖੋ ਯਿਸੂ ਮਸੀਹ ਨੇ ਕਿੱਦਾਂ ਦੀਆਂ ਚੀਜ਼ਾਂ ਨੂੰ ਤਿਆਰ ਕੀਤਾ, ਤਾਂ ਕਿ ਉਹ ਆਮ ਇਨਸਾਨ ਆ ਕੋਈ, ਹਾਂ। फेसबुक ਤੇ मैं कोई न्यूज़ देखती पई सी, ਉਹ ਕਹਿੰਦੇ ਪਏ ਸੀ, ਕਹਿੰਦੇ ਲੋਕ ਕਹਿੰਦੇ ਪਏ ਸਾਡੇ ਈਸਾ ਮਸੀਹ ਨੇ ਜ਼ਮੀਨ ਬਣਾਈ ਆ, ਅਸਮਾਨ ਬਣਾਇਆ, ਸਾਡੇ ਈਸਾ ਮਸੀਹ ਨੇ ਆਹ ਕੀਤਾ, ਯਿਸੂ ਮਸੀਹ ਨੇ। ਤੇ ਉਹ ਇਨਸਾਨ ਕਹਿ ਰਿਹਾ ਸੀਗਾ, ਕਹਿੰਦਾ ਪਹਿਲਾਂ ਕੋਈ ਦੱਸੇ ਤਾਂ ਸਹੀ ਵੀ ਉਹਨੂੰ ਦਿਖਿਆ ਕਿੱਥੋਂ। ਉਦੋਂ ਤਾਂ ਕਹਿੰਦੇ ਧਰਤੀ ਬਡੋਲ ਸੀ, ਸੁਨਸਾਨ ਸੀ, ਫਿਰ ਉਹ ਕਿੱਥੋਂ ਆਇਆ, ਉਹਨੇ ਕਿੱਦਾਂ ਬਣਾਈ। ਕਹਿੰਦਾ ਸਾਈ ਲੋਕ ਕਹਿੰਦੇ ਆ ਯਿਸੂ ਨੇ ਆਹ ਬਣਾਇਆ, ਉਹ ਬਣਾਇਆ।
ਤੇ ਮੈਂ ਉਹਦੀ ਜਦੋਂ ਕਾਲ ਸੁਣਦੀ ਪਈ ਸੀ ਮੈਨੂੰ ਹਾਸਾ ਆ ਗਿਆ। ਮੈਂ ਕਿਹਾ ਪਰਮੇਸ਼ਰ ਇਹਦੇ ਵੀ ਜੀਵਨ ਨੂੰ ਬਚਾ, ਇਹ ਵੀ ਉਤਪਤ ਪੜੇ ਤਾਂ ਇਹਨੂੰ ਪਤਾ ਲੱਗੇ। ਬਟ ਦੇਖਣ ਨੂੰ ਕੀ ਮਿਲਿਆ ਵੀ ਸਮਾਂ ਨਜ਼ਦੀਕ ਆ, ਲੋਕੀ ਕਈ ਤਰ੍ਹਾਂ ਦੇ ਕੁਐਸਚਨ ਪੁੱਟ ਕਰਨਗੇ। ਛठी ਤੂਰੀ ਦੇ ਵਿੱਚ ਔਰ ਸੱਤਵੀਂ ਤੂਰੀ ਦੇ ਵਿੱਚ ਇੱਕ ਹੋਰ ਘਟਨਾ ਹੋਣ ਵਾਲੀ ਆ, ਜਿਹੜੀ ਅਸੀਂ ਪ੍ਰਕਾਸ਼ਿਤ ਵਾਕਿਆ ਉਹਦਾ 11 ਅਧਿਆਏ ਉਹਦੀ 3 ਤੋਂ ਲੈ ਕੇ 14 ਆਇਤ ਦੇ ਵਿੱਚ ਅਸੀਂ ਜਦੋਂ ਪੜਾਂਗੇ ਤਾਂ ਪਰਮੇਸ਼ਵਰ ਆਪਣੇ 2 ਗਵਾਹਾਂ ਨੂੰ ਧਰਤੀ ਦੇ ਉੱਤੇ ਭੇਜੇਗਾ। 6ਵੀਂ ਤੂਰੀ ਅਤੇ 7ਵੀਂ ਤੂਰੀ ਦੇ ਵਿੱਚ ਇੱਕ ਹੋਰ ਹੋਣ ਵਾਲੀ ਘਟਨਾ ਆ, ਉਹਦੇ ਬਾਰੇ ਜ਼ਿਕਰ ਕੀਤਾ ਹੋਇਆ ਵਾ। ਪ੍ਰਕਾਸ਼ਿਤ ਵਾਕਿਆ ਉਹਦੀ 11 ਅਧਿਆਏ ਉਹਦੀ 3 ਆਇਤ ਤੋਂ ਲੈ ਕੇ 14 ਆਇਤ ਤੱਕ ਯਿਸੂ ਮਸੀਹ 2 ਗਵਾਹਾਂ ਨੂੰ ਧਰਤੀ ਦੇ ਉੱਤੇ ਭੇਜੇਗਾ ਔਰ ਉਹ ਟਾਟ ਓੜ ਕੇ 1000 ਸਾਲ 260 ਦਿਨ ਤੱਕ ਭਵਿਸ਼ਵਾਣੀਆਂ ਕਰਦੇ ਰਹਿਣਗੇ। ਜਿਹੜੇ 2 ਗਵਾਹ ਯਿਸੂ ਮਸੀਹ ਨੇ ਇੱਥੇ ਧਰਤੀ ਤੇ ਭੇਜਨੇ ਆ। ਕੁਝ ਲੋਕਾਂ ਦਾ ਕਹਿਣਾ ਆ ਕਿ ਉਹ मूसा और एलिया हो रहा, कुछ लोग कहते हैं कि वो एलिया और यूहन्ना आ, क्योंकि कहते यूहन्ना नूं कहा गया सी जब तक ये मेरे राज नूं देख ना लवे मरेगा नहीं। कुछ लोग कह रहे हैं कि एलिया और हनोक आ, पर हजे तक वर्णित हजे तक क्लीयर नहीं होया इस गल नूं लैके कि वो 2 गवाह है किहड़े आ, क्योंकि हनोक और एलिया नूं जिंदा उठा लिया गया सी। और मैं ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਬਰਾਨੀਆਂ ਦੇ ਵਿੱਚ ਲਿਖਿਆ ਹੋਇਆ ਵਾ ਕਿ ਬਿਨਾਂ ਮੌਤ ਤੋਂ ਬਾਅਦ ਨਿਆਂ ਹੋਣਾ ਕੀ ਆ ਜ਼ਰੂਰੀ ਆ, ਬਿਨਾਂ ਮੌਤ ਤੋਂ ਨਿਆਂ ਨਹੀਂ ਹੁੰਦਾ। ਔਰ ਇਹ 2 ਇਨਸਾਨ ਜਿੰਦਾ ਉਠਾ ਲਏ ਗਏ ਸੀ। ਕੁਝ ਸਕਾਲਰਸ ਦਾ ਕਹਿਣਾ ਸ਼ਾਇਦ ਇਹ 2 ਗਵਾਹ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਆਉਣਗੇ। 1260 ਸਾਲ ਤੱਕ ਇਹ ਕੀ ਕਰਨਗੇ, ਭਵਿਸ਼ਵਾਣੀਆਂ ਕਰਦੇ ਰਹਿਣਗੇ 3 ਤੱਕ 1260 ਦਿਨ। ਔਰ ਜੇਕਰ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਵੇਗਾ ਨਾ, ਉਹਨਾਂ ਦੀ ਹਾਨੀ ਕਰਨ ਲਈ ਜਾਵੇਗਾ, ਔਰ ਜਦੋਂ ਆਪਣੇ ਮੁਖ ਨੂੰ ਖੋਲਣਗੇ ਉਹਨਾਂ ਦੇ ਮੁਖ ਦੇ ਵਿੱਚੋਂ ਅੱਗ ਨਿਕਲਣੀ ਹੈ ਔਰ ਉਹ ਅੱਗ ਉਹਨਾਂ ਨੂੰ ਤਬਾਹ ਕਰ ਦੇਗੀ, ਨਸ਼ਟ ਕਰ ਦੇਗੀ। ਇਦਾਂ ਦਾ ਸਮਾਂ ਆਏਗਾ ਔਰ ਉਹ ਅਸਮਾਨ ਤੋਂ ਯਿਸੂ ਮਸੀਹ ਨੇ 2 ਗਵਾਹ ਭੇਜਣੇ ਆ, ਏਦਾਂ ਹੀ ਤਿਆਰ ਨਹੀਂ ਹੋ ਜਾਣੇ। और उस तो बाद की होना आ, वो जो भी बोलणगे अपने मुंह के विचों, चाहे वो जानवर वाली होवे, इंसान वाली होवे, कुदरत लई भी होवे, किसी चीज़ दी होवे, पूरे होणगे। जो कहणगे इंसान मर जान, पानी लाल हो जाए, कौड़ा हो जाए, इदा हो जाए, वो हो जाना है। और उन्हों का करके लोगों ने बहुत तंग हो जाना, ਜਿਹੜੇ ਮਸੀਹ 'ਚ ਨਹੀਂ ਆ, जिन्हां दे उत्ते विपत्तियां आउणियां, उन्होंने ने तंग हो जाना। और फिर की होवेगा, उन्हां नूं मार दिता जाएगा। और जदों उन्हां दी मौत होवेगी तां दस्सिया जा रहा वा, जदों अपने गवाही नूं पूरा कर लैणगे जो यीशु मसीह ने उन्हां नूं भेजिया है ना काम करन दे लई, जदों सारी गवाही पूरी हो जाएगी तां एक मसीही विरोधी, एक पशु दी छाप, एक मसीही विरोधी अथाह कुंड दे विचों निकलेगा अते उन्हां दे उत्ते हमला करेगा। प्रकाशित वाक्य और 11 और 8 आयत दे विच इत्थे लिखिया होया तां ओह उन्हां नूं की करेगा, दोनों गवाहां नूं मार देवेगा। और कई लोग होणगे सच्ची ये होना है इदां, किहड़े देश चों ना मैं नहीं जानदी। और जे असीं इंडिया दे विच होए, इजराइल ते दस रहे आ ओह, बट जे असीं इंडिया दे विच होए तां असीं सोशल मीडिया द्वारा देखांगे कि धरती तो 2 गवाह आए सी, उन्हां नूं मारिया गया आ। और उन्हां दी मौत कित्थे होवेगी, जदों उन्हां नूं नष्ट कर दिता जाएगा जिथे यीशु मसीह नूं क्रूस ते चढ़ाया सी, और उन्हां दी लाश उत्थे ही पई रहनी, किसी ने चकनी नहीं है। और जिस दिन वो मर जाणगे